मैं अपने वालद साहब को जाच सीखी सी 1981 ਵਿੱਚ ਤੇ ਮੈਂ ਉਦੋਂ ਦਾ ਹੀ ਬਰਫੀ ਬਣਾਉਣ ਲੱਗਾ 1981 ਤੋਂ ਲੈ ਕੇ ਮੈਂ ਬਰਫੀ ਬਣਾਉਣ ਲੱਗਾ ਹਾਂ। ਇਹ ਜਿਹੜਾ ਅੱਜ ਤੋਂ 60 ਸਾਲ ਜਾਂ 50 ਸਾਲ ਪਹਿਲੇ ਵਾਲੀ ਬਰਫੀ ਇਨਸ਼ਾਅੱਲਾ ਉਹੀ ਬਰਫੀ ਹੈ। ਕੋਈ ਸਾਡੇ ਕੋਲ ਆਟੋਮੈਟਿਕ ਪਲਾਂਟ ਨਹੀਂ ਕੋਈ ਵੀ, ਅਸੀਂ ਦੇਸੀ ਸਾਖਤ ਦੇ ਨਾਲ ਹੀ ਤਿਆਰ ਕਰ। ਮੇਰਾ ਬੱਚਾ ਜਿਹੜਾ ਉਹ ਸਿਆਲਕੋਟ ਕਿਸੇ ਕਾਲਜ ਵਿੱਚ ਪੜ੍ਹਾਉਂਦਾ ਸੀ ਤੇ ਮੈਂ ਉੱਥੋਂ ਨੂੰ ਛਡਾ ਕੇ ਤੇ ਮੈਂ ਇਸ ਕੰਮ ਤੇ ਉਹਨੂੰ ਸਿਲੈਕਟ ਕਰ ਲਿਆ। ਅਸੀਂ ਖੁਦ ਆਪਣੇ ਹੱਥਾਂ ਨਾਲ ਚੁਆ ਕੇ ਸਿਰਫ ਅਸੀਂ ਮੱਝਾਂ ਦਾ ਦੁੱਧ ਪਾਉਂਦੇ ਹਾਂ ਤੇ ਅਸੀਂ ਫਿਰ ਬਣਾਉਣੇ ਵੀ ਉਹਨੂੰ ਹੱਥਾਂ ਦੇ ਨਾਲ ਆ, ਮਸ਼ੀਨ ਦੇ ਨਾਲ ਨਹੀਂ ਬਣਾਉਂਦੇ। ਜਿੰਨੀ ਉਹਨੂੰ ਹੱਥਾਂ ਦੇ ਨਾਲ ਅਸੀਂ ਉਹਦੀ ਰਗੜਾਈ ਜ਼ਿਆਦਾ करांगे मिसाद दे नाल ओनी बर्फी जड़ी चिट्टी होगी। अस्सलाम वालेकुम नाज़रीन, मैं हूं अब्दुल बासित इकराम और आप देख रहे हैं सियालकोट प्लस। नाज़रीन, आज हम मौजूद हैं शहर सियालकोट की एक ऐसी मिठाई की दुकान पे जो अरसा दराज से यहाँ पे काम कर रही है। मौलवी यूनुस साहब की बर्फ़ी की ये दुकान है। मौलवी यूनुस साहब भी हमारे साथ मौजूद हैं। बड़े एक अरसे से ये काम कर रहे हैं और बर्फ़ी बना रहे हैं। हम इस टाइम कपूर वाली गोदपुर के करीब मौजूद हैं और इस पूरे इलाके के अंदर लोग इन्हें जानते हैं मौलवी साहब की बर्फ़ी के नाम से। तो आज हम इनकी बर्फ़ी ट्राई करने भी पहुँचे हैं और बताएंगे कि क्या ऐसी ये चीज़ डालते हैं बर्फ़ी में कि लोग इनके पास दूर दूर से आ रहे हैं। अस्सलाम वालेकुम सर। वालेकुम सलाम सर जी, की बर्फ़ी जो तुसी पा रहे हो ऐसा खास? बर्फी ਦੇ ਵਿੱਚ ਜੀ ਬਰਫੀ ਸਿਰਫ ਅਸੀਂ ਆਪਣੀ ਦੁੱਧ ਚੁਆ ਕੇ ਲਿਆਉਂਦੇ ਆ ਤੇ ਆ ਮੱਝਾਂ ਦਾ ਦੁੱਧ ਹੁੰਦਾ, ਸਿਰਫ ਮੱਝਾਂ ਦੇ ਦੁੱਧ ਹੁੰਦਾ, ਉਹਦੀ ਅਸੀਂ ਬਰਫੀ ਬਣਾ ਰਹੇ ਤੇ ਵਿੱਚ ਚੀਨੀ ਪਾ ਰਹੀ ਦੀ, ਸਿਰਫ ਬਰਫੀ ਤੇ ਚੀਨੀ। यानी ਜਿਹੜਾ ਉਹ ਕੋਈ ਪੁਰਾਣਾ ਸਾਡਾ ਤਰੀਕਾ ਹੈ ਅਸਲ ਬਰਫੀ ਬਣਾਉਣ ਦਾ। ਇਹ ਜਿਹੜਾ ਅੱਜ ਤੋਂ 60 ਸਾਲ ਜਾਂ 50 ਸਾਲ ਪਹਿਲੇ ਵਾਲੀ ਬਰਫੀ ਇਨਸ਼ਾਅੱਲਾ ਉਹੀ ਬਰਫੀ ਹੈ। ਕੋਈ ਸਾਡੇ ਕੋਲ ਆਟੋਮੈਟਿਕ ਪਲਾਂਟ ਨਹੀਂ ਕੋਈ ਵੀ, ਅਸੀਂ ਦੇਸੀ ਸਾਖਤ ਦੇ ਨਾਲ ਹੀ ਤਿਆਰ ਕਰ ਰਹੇ। ਤੇ ਇਹ ਜ਼ਰਾ ਦੱਸੋ ਕਿੰਨਾ ਅਰਸਾ ਹੋ ਗਿਆ ਤੁਹਾਡੀ ਇਹ ਦੁਕਾਨ ਨੂੰ, ਕਿਦੋਂ ਤੁਸੀਂ ਕੰਮ ਕਰਨਾ ਸ਼ੁਰੂ ਕੀਤਾ ਸੀ ਬਰਫੀ ਦਾ? ਮੈਂ ਆਪਣੇ ਵਾਲਦ ਸਾਹਿਬ ਕੋਲ ਜਾਚ ਸਿੱਖੀ ਸੀ 1981 ਵਿੱਚ ਤੇ ਮੈਂ ਉਦੋਂ ਦਾ ਹੀ ਬਰਫੀ ਬਣਾਉਣ ਲੱਗਾ 1981 ਤੋਂ ਲੈ ਕੇ ਮੈਂ ਬਰਫੀ ਬਣਾਉਣ ਲੱਗਾ ਹਾਂ। ਯਾਨੀ ਤੁਹਾਡਾ ਜੱਦੀ ਪੁਸ਼ਤੀ ਕੰਮ ਹੈ? ਹਾਂਜੀ, ਮੇਰਾ ਸਾਡਾ ਜੱਦੀ ਪੁਸ਼ਤੀ ਕੰਮ ਹੈ। ਮੇਰੇ ਵਾਲਦ ਸਾਹਿਬ ਨੇ ਬਰਾਮਜੀਤ ਮੋੜ ਦੇ ਉੱਤੇ, ਉਹਨਾਂ ਦਾ ਨਾਮ ਇਸਲਾਮ ਸਾਹਿਬ ਸੀ, ਇਸਲਾਮ ਲੁਹਾਈ ਸੀ, ਉਹਨਾਂ ਕੋਲੋਂ ਉਹਨਾਂ ਜਾਚ ਸਿੱਖੀ ਸੀ। ਅੱਗੋਂ ਮੈਂ ਆਪਣੇ ਵਾਲਦ ਸਾਹਿਬ ਕੋਲ ਸਿੱਖੀ, ਅੱਗੋਂ ਮੈਂ ਆਪਣੇ ਬੱਚਿਆਂ ਨੂੰ ਜਾਚ ਦੱਸੀ। ਮੇਰਾ ਬੱਚਾ ਜਿਹੜਾ ਉਹ ਸਿਆਲਕੋਟ ਕਿਸੇ ਕਾਲਜ ਵਿੱਚ ਪੜ੍ਹਾਉਂਦਾ ਸੀ ਤੇ ਮੈਂ ਉੱਥੋਂ ਨੂੰ ਛਡਾ ਕੇ ਤੇ ਮੈਂ ਇਸ ਕੰਮ ਤੇ ਉਹਨੂੰ ਸਿਲੈਕਟ ਕਰ ਲਿਆ। ਅੱਛਾ, ਯਾਨੀ ਬੱਚਾ ਤੁਹਾਡਾ ਕਾਲਜ ਚ ਪੜ੍ਹਾਉਂਦਾ ਰਿਹਾ ਤੇ ਤੁਸੀਂ ਉਹਨੂੰ ਇਹ ਬਰਫੀ ਤੇ ਲਾ ਦਿੱਤਾ ਭਰਾ? ਹਾਂਜੀ, ਮੈਂ ਇਹ ਕੰਮ ਉਹ ਤੋਂ ਬਿਹਤਰ ਸਮਝਿਆ ਸੀ ਕਿ ਇਹ ਕੰਮ ਜਿਹੜਾ ਅੱਛਾ ਤੇ ਚਲੋ ਤੁਸੀਂ ਨਾਲੇ ਅਸੀਂ ਆਪਣਾ ਕੰਮ ਕਰਾਂਗੇ। ਯਾਨੀ ਤੁਹਾਡਾ ਖਾਨਦਾਨੀ ਕੰਮ ਤੁਸੀਂ ਛੱਡਿਆ ਨਹੀਂ? ਹਾਂ, ਨਹੀਂ ਅਸੀਂ ਛੱਡਿਆ ਨਹੀਂ, ਅਸੀਂ ਇਹਨੂੰ ਜਾਰੀ ਰੱਖਾਂਗੇ ਇਨਸ਼ਾਅੱਲਾ। ਆਇੰਦਾ ਵੀ ਸਾਡਾ ਕੰਮ ਜਾਰੀ ਰਹੇਗਾ। ਕੀ ਕੋਈ ਖਾਸ ਤਰਕੀਬ ਹੈ ਤੁਹਾਡੀ ਬਰਫੀ ਬਣਾਉਣ ਦੀ? ਜ਼ਰਾ ਦੱਸੋ ਜ਼ਰਾ ਇਹਦੇ। ਬਰਫੀ ਅਸੀਂ ਸਵੇਰ ਪਹਿਲੇ ਦੁੱਧ ਚੁਆ ਕੇ ਲਿਆਉਂਦੇ ਆ। ਆਪ ਹੀ ਵਿੱਚ ਗਾਈਆਂ ਦਾ ਦੁੱਧ ਨਹੀਂ ਅਸੀਂ ਪਾਉਂਦੇ, ਇਹ ਸਿਰਫ ਖਾਲਸ ਮੱਝਾਂ ਦਾ ਦੁੱਧ ਹੁੰਦਾ। ਮੱਝਾਂ ਦਾ ਦੁੱਧ ਲਿਆ ਕੇ ਅਸੀਂ ਉਹਦਾ ਖੋਇਆ ਤਿਆਰ ਕਰਨੇ ਆ। ਖੋਏ ਤੋਂ ਬਾਅਦ ਅਸੀਂ ਬਰਫੀ ਬਣਾਉਂਦੇ ਆ। ਬਰਫੀ ਦੇ ਵਿੱਚ ਸਿਰਫ ਅਸੀਂ ਚੀਨੀ ਪਾਉਂਦੇ ਆ। ਹੋਰ ਜ਼ਿਆਦਾ ਜੇ ਕੋਈ ਸਾਨੂੰ ਆਰਡਰ ਕਰੇ ਕਿ ਘੱਟ ਤੋਂ ਘੱਟ ਚੀਨੀ ਤੇ ਉਹ ਸਾਨੂੰ 1 ਘੰਟਾ ਪਹਿਲਾਂ ਤਲਾਹ ਕਰ ਦੇ, ਫੋਨ ਕਰ ਦੇਵੇ, ਅਸੀਂ ਉਹਦੀ ਮਰਜ਼ੀ ਦੇ ਮੁਤਾਬਕ ਅਸੀਂ ਚੀਨੀ ਪਾਵਾਂਗੇ। ਯਾਨੀ ਤੁਸੀਂ ਕਸਟਮ ਰਿਕੁਆਇਰਮੈਂਟ ਦੇ ਮੁਤਾਬਿਕ ਜਿਹੜਾ ਉਹ ਤਿਆਰ? ਬਿਲਕੁਲ ਰਿਕੁਆਇਰਮੈਂਟ ਦੇ ਮੁਤਾਬਕ ਇਨਸ਼ਾਅੱਲਾ। ਅੱਛਾ ਸਰ ਜੀ, ਇਹ ਦੱਸੋ ਕਿ ਮੈਂ ਸੁਣਿਆ ਕਿ ਤੁਹਾਨੂੰ ਇਹ ਸਾਰਾ ਇਲਾਕਾ ਜਾਣਦਾ ਹੈ ਮੌਲਵੀ ਬਰਫੀ, ਮੌਲਵੀ ਜਲੇਬੀ ਵਾਲੇ ਦੇ ਨਾਂ ਤੋਂ, ਇਹ ਕੀ ਜ਼ਰਾ ਮਾਜਰਾ ਦੱਸੋ। ਇਹ ਭਾਈਜਾਨ ਮੈਨੂੰ ਅਰਸਾ 30 ਸਾਲ ਹੋ ਗਏ ਨੇ। ਇਹ ਜਿਹੜਾ ਮੇਰਾ ਬੇਟਾ ਹਫਜ਼ ਸੁਲੇਮਾਨ ਇਹ ਉਦੋਂ ਪੈਦਾ ਹੋਇਆ ਸੀ ਜਦੋਂ ਦਾ ਮੈਂ ਜਲੇਬੀਆਂ ਕੱਢਣ ਲੱਗਾ ਤੇ 30 ਸਾਲ ਤੋਂ ਮੈਂ ਜਲੇਬੀਆਂ ਕੱਢਣ ਲੱਗਾ ਵਾਂ ਤੇ ਜਲੇਬੀਆਂ ਮੈਂ ਚਿੱਟੀਆਂ ਕੱਢਣਾ ਤੇ ਇਸ ਵਾਸਤੇ ਮੈਂ ਮੌਲਵੀ ਯੂਨਸ ਚਿੱਟੀਆਂ ਜਲੇਬੀਆਂ ਦੇ ਨਾਂ ਤੇ ਮਸ਼ਹੂਰ ਹਾਂ। ਤੇ ਇਨਸ਼ਾਅੱਲਾ ਸਾਡੀਆਂ ਜਲੇਬੀਆਂ ਵੀ ਹੱਥੋਂ ਹੱਥ ਵਿਕਦੇ ਨੇ, ਸਾਰਾ ਦਿਨ ਬਣਾਉਂਦਿਆਂ ਰਹੀਦਾ ਤੇ ਆਪ ਹੀ ਜਾਨ ਛਡਾ ਕੇ ਘਰ ਜਾਈਦਾ। ਇਨਸ਼ਾਅੱਲਾ ਗਾਹਕ ਆਉਂਦੇ ਰਹਿੰਦੇ, ਲੋਕ ਹੀ ਨਹੀਂ ਜਾਣ ਛੱਡਦੇ। ਆ ਲੋਕ ਬੜੇ ਗਾਹਕ ਆਉਂਦੇ ਨੇ। ਯਾਨੀ ਤੁਹਾਡੀ ਮੇਨ ਜਿਹੜੀ ਖਾਸੀਅਤ ਹੈ ਉਹ ਜਲੇਬੀਆਂ ਤੇ ਬਰਫੀਆਂ? ਆ ਜਲੇਬੀਆਂ ਤੇ ਬਰਫੀ, ਸਿਰਫ 2 ਹੀ ਆਈਟਮਾਂ ਨੇ ਸਾਡੇ ਕੋਲ, ਜਲੇਬੀ ਤੇ ਬਰਫੀ। ਅੱਛਾ ਮੌਲਵੀ ਸਾਹਿਬ, ਇਹ ਦੱਸੋ ਕਿ ਇਹ ਕੀ ਤੁਸੀਂ ਐਸਾ ਪਾਉਂਦੇ ਹੋ ਬਰਫੀ ਦੇ ਵਿੱਚ? ਇੱਕ ਤੇ ਲੋਕੀ ਵੀ ਤੁਹਾਡੇ ਕੋਲ ਦੂਰ ਦੂਰ ਆਉਂਦੇ ਨੇ, ਦੂਸਰਾ ਹੈ ਤੁਹਾਡੀ ਜਿਹੜੀ ਬਰਫੀ ਹੈ, ਮੈਂ ਕੁਝ ਬਰਫੀਆਂ ਵੇਖੀਆਂ ਨੇ ਉਹਨਾਂ ਦਾ ਰੰਗ ਥੋੜਾ ਯੈਲੋ ਹੁੰਦਾ, ਪੀਲਾ ਪੀਲਾ, ਤੁਹਾਡੀ ਚਿੱਟੀ ਹੈ। ਇਹਦੇ ਪਿੱਛੇ ਕੀ ਸਾਇੰਸ ਹੈ? ਇਹਦੇ ਪਿੱਛੇ ਪਹਿਲੇ ਤੇ ਇਹ ਸਾਇੰਸ ਹੈ ਕਿ ਲੋਕਾਂ ਦਾ ਦੁੱਧ ਮਿਕਸ ਹੁੰਦਾ, ਵਿੱਚ ਗਾਈਆਂ ਦਾ ਦੁੱਧ ਹੁੰਦਾ, ਵਿੱਚ ਸ਼ਾਇਦ ਕੋਈ ਬੱਕਰੀਆਂ ਦਾ ਵੀ ਹੁੰਦਾ ਹੋਵੇ ਤੇ ਉਹਦੇ ਨਾਲ ਬਰਫੀ ਜਿਹੜੀ ਲਾਲ ਹੋ ਜਾਂਦੀ ਹੈ। ਦੂਸਰੀ ਅਸੀਂ ਖੁਦ ਆਪਣੇ ਹੱਥਾਂ ਨਾਲ ਚੁਆ ਕੇ ਸਿਰਫ ਅਸੀਂ ਮੱਝਾਂ ਦਾ ਦੁੱਧ ਪਾਉਂਦੇ ਆ ਤੇ ਅਸੀਂ ਫਿਰ ਬਣਾਉਣੇ ਵੀ ਉਹਨੂੰ ਹੱਥਾਂ ਦੇ ਨਾਲ ਆ, ਮਸ਼ੀਨ ਦੇ ਨਾਲ ਨਹੀਂ ਬਣਾਉਂਦੇ। ਜਿੰਨੀ ਉਹਨੂੰ ਹੱਥਾਂ ਦੇ ਨਾਲ ਅਸੀਂ ਉਹਦੀ ਰਗੜਾਈ ਜ਼ਿਆਦਾ ਕਰਾਂਗੇ ਮਿਸਾਦ ਦੇ ਨਾਲ, ਉਨੀ ਬਰਫੀ ਜਿਹੜੀ ਚਿੱਟੀ ਹੋਵੇਗੀ। ਤੇ ਬੇਸ਼ੱਕ ਕੋਈ ਸਾਡੇ ਕੋਲ ਕੋਈ 1 ਘੰਟਾ ਜਾਂ 2 ਘੰਟਾ ਠਹਿਰ ਕੇ ਬਹਿ ਕੇ ਵੇਖ ਲਵੇ ਕਿ ਅਸੀਂ ਉਹਦੇ ਸਾਹਮਣੇ ਤਿਆਰ ਕਰਾਂਗੇ, ਦੁੱਧ ਨਾਲ ਚਿੱਟੀ ਬਰਫੀ ਹੋਵੇਗੀ ਇਨਸ਼ਾਅੱਲਾ। ਆਪਣੀ ਦੁਕਾਨ ਦਾ ਜ਼ਰਾ ਐਡਰੈਸ ਵੀ ਦੱਸ ਦਿਓ, ਲੋਕੇਸ਼ਨ ਕਿੱਥੇ ਹੈ ਤੇ ਜੇ ਤੁਹਾਡੇ ਕੋਈ ਆਣਾ ਚਾਹੇ, ਕੋਈ ਆਰਡਰ ਕਰਨਾ ਚਾਹੇ ਤਾਂ ਕਿਸ ਤਰ੍ਹਾਂ ਕਰੇ? ਸਾਡੀ ਦੁਕਾਨ ਕਪੂਰ ਵਾਲੀ 에ਅਰਪੋਰਟ ਰੋਡ ਰੂਮਨ ਪੀਜ਼ੇ ਦੇ ਬਿਲਕੁਲ ਨਾਲ ਹੈ ਤੇ ਜੋ ਆਉਣਾ ਚਾਹਵੇ ਤੇ ਸਾਡਾ ਟੈਲੀਫੋਨ ਨੰਬਰ ਜਿਹੜਾ ਉਹ ਇਸ ਪੱਟੀ ਦੇ ਉੱਤੇ ਵੀ ਚੱਲਦਾ ਹੋਏਗਾ ਪਿਆ ਤੇ ਉਹ ਅਸੀਂ ਦੁਬਾਰਾ भी दस सकते हैं तो उस नंबर के सानू को फ़ोन करके तो पहुँच सकते हैं। जी तो नाज़रीन, हम मौजूद थे कपूर वाली अड्डे के ऊपर और एयरपोर्ट रोड है ये। मौलवी यूनुस साहब हमारे साथ मौजूद थे। मौलवी यूनुस साहब चिट्टी जलेबियों वाले और बर्फ़ी वाले। अगर आप भी इनकी ये बर्फ़ी या जलेबियाँ ट्राई करने चाहते हैं तो पहुँचे कपूर वाली एयरपोर्ट रोड पर। सियालकोट के मतलब मज़ीद वीडियोज़ देखने के लिए देखते रहिएगा सियालकोट प्लस। मुझे इजाज़त दीजिए, अस्सलाम वालेकुम।